ਹੁਣ ਗੱਲ ਕਰਾਂਗੇ ਅਕਾਲੀ ਆਗੂ ਬਿਕਰਮ ਮਜੀਠੀਆ ਦੀ। ਬਿਕਰਮ ਮਜੀਠੀਆ ਨੇ ਮੰਗ ਕੀਤੀ, ਉਹਨਾਂ ਨੇ ਕਿਹਾ ਕਿ ਪਿਛਲੇ 3 ਸਾਲ ਦੀਆਂ ਭਰਤੀਆਂ ਰੱਦ ਕੀਤੀਆਂ ਜਾਣ। ਨਾਇਬ ਤਹਿਸੀਲਦਾਰਾਂ ਦੀ ਭਰਤੀ ਦਾ ਉਹਨਾਂ ਨੇ ਹਵਾਲਾ ਦਿੱਤਾ। ਉਹਨਾਂ ਨੇ ਕਿਹਾ ਕਿ ਪਿਛਲੇ 3 ਸਾਲ ਜਿੰਨੀਆਂ ਵੀ ਭਰਤੀਆਂ ਹੋਈਆਂ ਨਾ ਉਹਨਾਂ ਨੂੰ ਰੱਦ ਕੀਤਾ ਜਾਵੇ। 3 ਸਾਲਾਂ ਦੌਰਾਨ ਹੋਈਆਂ ਭਰਤੀਆਂ ਦੀ ਜਾਂਚ ਕਰਵਾਈ ਜਾਵੇ, ਸਿਟਿੰਗ ਜੱਜ ਤੋਂ ਨਿਆਇਕ ਜਾਂਚ ਕਰਾਈ ਜਾਵੇ। ਮਜੀਠੀਆ ਦਾ ਕਹਿਣਾ ਉਹਨਾਂ ਨੇ ਮੰਗ ਕੀਤੀ ਹੈ ਜਾਂ ਸੀਬੀਆਈ ਤੋਂ ਭਰਤੀਆਂ ਦੀ ਜਾਂਚ ਕਰਾਈ ਜਾਵੇ ਤੇ ਬਿਕਰਮ ਮਜੀਠੀਆ ਮੰਗ ਕਰਦੇ ਨਜ਼ਰ ਆਏ ਨੇ। ਉਹਨਾਂ ਨੇ ਕਿਹਾ ਕਿ ਪਿਛਲੇ 3 ਸਾਲ ਜਿੰਨੀਆਂ ਵੀ ਭਰਤੀਆਂ ਹੋਈਆਂ ਨੇ ਨਾਇਬ ਤਹਿਸੀਲਦਾਰ ਦੀਆਂ ਉਹਨਾਂ ਨੂੰ ਰੱਦ ਕੀਤਾ ਜਾਏ ਤੇ ਉਹਨਾਂ ਦੀ ਜਾਂਚ ਕੀਤੀ ਜਾਏ ਸਿਟਿੰਗ ਜੱਜ ਤੋਂ ਜਾਂ ਸੀਬੀਆਈ ਤੋਂ। ਜ਼ਿਕਰ ਜੋ ਹੈ ਕਿ ਇੱਕ ਵੱਡਾ ਨੈਕਸਸ ਪਿਛਲੇ ਦਿਨੀ ਵੀ ਸਾਹਮਣੇ ਆਇਆ ਸੀਗਾ ਪਟਿਆਲਾ 'ਚ, ਜਦੋਂ ਨਾਇਬ ਤਹਿਸੀਲਦਾਰ ਦੀ ਭਰਤੀ ਦਾ ਨੈਕਸਸ ਸੀਗਾ ਹਾਈਟੈਕ ਡਿਵਾਈਸਿਸ ਨਾਲ ਜੋ ਹੈ ਉਹ ਨਕਲ ਕਰਵਾਈ ਜਾਂਦੀ ਸੀ, ਕਿਤੇ 22 ਲੱਖ ਰੁਪਇਆ ਉਮੀਦਵਾਰਾਂ ਤੋਂ ਲਿਆ ਜਾਂਦਾ ਸੀ। ਇਸ ਬਾਬਤ ਕਈ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਨੇ, 9 ਗ੍ਰਿਫਤਾਰੀਆਂ ਹੁਣ ਤੱਕ ਹੋ ਚੁੱਕੀਆਂ ਨੇ। ਜਿਨ੍ਹਾਂ ਉਮੀਦਵਾਰਾਂ ਨੇ ਜਿਨ੍ਹਾਂ ਨੇ ਪੇਪਰ ਪਾਸ ਕੀਤਾ ਸੀਗਾ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ ਸੀਗਾ, ਕਿਹਾ ਸੀਗਾ ਕਿ ਇਸ ਪੂਰੇ ਜੋ ਨੈਕਸਸ ਦੀ ਸਕੈਮ ਦੀ ਜੋ ਹੈ ਜਾਂਚ ਕਰਵਾਈ ਜਾਵੇ ਸਿਟਿੰਗ ਜੱਜ ਤੋਂ ਜਾਂ ਸੀਬੀਆਈ ਤੋਂ। ਤੇ ਹੁਣ ਬਿਕਰਮ ਮਜੀਠੀਆ ਮੰਗ ਕਰਦੇ ਹੋਏ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਪਿਛਲੇ 3 ਸਾਲਾਂ ਜਿੰਨੀਆਂ ਵੀ ਭਰਤੀਆਂ ਹੋਈਆਂ ਹਨ ਨਾਇਬ ਤਹਿਸੀਲਦਾਰ ਦੀ ਭਰਤੀ ਦਾ ਉਹਨਾਂ ਨੇ ਹਵਾਲਾ ਦਿੱਤਾ ਤੇ ਉਹ ਰੱਦ ਕੀਤੀਆਂ ਜਾਣ ਤੇ ਉਹਨਾਂ ਦੀ ਜਾਂਚ ਕਰਵਾਈ ਜਾਵੇ ਜਾਂ ਸੀਬੀਆਈ ਤੋਂ ਜਾਂ ਫਿਰ ਸਿਟਿੰਗ ਜੱਜ ਤੋਂ। ਟੌਪਰ ਨੇ ਉਹਨਾਂ ਤੇ ਕਈਆਂ ਦੀ 21 ਨੰਬਰ ਕੈਂਡੀਡੇਟ ਅਰੈਸਟ ਹੋ ਗਿਆ, 12 ਨੰਬਰ ਤੇ ਅਰੈਸਟ ਹੋ ਗਿਆ ਲਵਪ੍ਰੀਤ, ਬਲਦੀਪ ਸਿੰਘ ਦੂਜੇ ਤੀਜੇ ਨੰਬਰ ਵਾਲਾ ਹੋ ਗਿਆ, ਮਗਰ ਬਾਕੀਆਂ ਤੇ ਕੋਈ ਕਾਰਵਾਈ ਨਹੀਂ। ਔਰ ਇਸ ਤੋਂ ਸਪਸ਼ਟ ਹੋ ਰਿਹਾ ਕਿ ਡਿਜ਼ਰਵਿੰਗ ਬੱਚਾ ਬਾਹਰ ਰਹਿ ਗਿਆ ਔਰ ਜਿਨ੍ਹਾਂ ਨੇ ਪੈਸੇ ਦਿੱਤੇ ਜਾਂ ਰਲ ਕੇ ਐਗਜ਼ਾਮ ਕਰਾਏ, ਚਾਹੇ ਉਹਦੇ 'ਚ ਸਰਕਾਰ ਇਨਵੋਲਵ ਸੀ ਚਾਹੇ ਪੀਪੀਐਸਸੀ ਦੇ ਕੁਝ ਲੋਕ ਇਨਵੋਲਵ ਸੀ, ਉਹਦਾ ਰਿਜ਼ਲਟ ਕੀ ਨਿਕਲਿਆ ਕਿ ਤੁਹਾਨੂੰ ਇਹ ਜਿਹਾ ਸਟੱਫ ਜਾਂ ਇਹ ਜਿਹੇ ਅਫਸਰ ਪੰਜਾਬ ਦੀ ਸੇਵਾ 'ਚ ਹਾਜ਼ਰ ਹੋ ਗਏ ਜਿਨ੍ਹਾਂ ਨੇ ਪਹਿਲਾਂ ਹੀ ਰਸਤਾ 2 ਨੰਬਰ ਦਾ ਚੁਣਿਆ ਹੋਵੇ, ਠੱਗੀ ਠੋਰੀ ਦਾ ਚੁਣਿਆ ਹੋਵੇ, ਤਾਂ ਉਹਨਾਂ ਨੇ ਲੋਕਾਂ ਨੂੰ ਕੀ ਇਨਸਾਫ ਦੇਣਾ। ਇਸ ਲਈ ਜਿੰਨੀ ਵੀ ਰਿਕਰੂਟਮੈਂਟ ਹੈ ਪਿਛਲੇ 2-2.5 ਸਾਲਾਂ ਤੋਂ 3 ਸਾਲਾਂ ਤੋਂ ਰੱਦ ਹੋਣੀ ਚਾਹੀਦੀ। ਹੁਣ ਗੱਲ ਉਸ ਆਗੂ ਦੀ ਜੋ ਸਾਬਕਾ ਕਾਂਗਰਸੀ ਹੋ ਗਿਆ ਤੇ ਐਕਸ਼ਨ ਦੀ ਵਜ੍ਹਾ ਰਹੀ ਪਾਰਟੀ ਵਿਰੋਧੀ ਗਤੀਵਿਧੀਆਂ। ਪਾਰਟੀ ਨੇ ਕਮਲਜੀਤ ਬਰਾੜ ਨੂੰ ਬਾਹਰ ਦਾ ਰਸਤਾ ਵਿਖਾਇਆ ਤਾਂ ਬਰਾੜ ਰਾਜਾ ਵੜਿੰਗ ਤੇ ਹੀ ਭੜਕ ਉੱਠੇ ਤੇ ਪੰਜਾਬ ਕਾਂਗਰਸ ਪ੍ਰਧਾਨ ਨੂੰ ਹੰਕਾਰੀ ਤੱਕ ਕਹਿ ਦਿੱਤਾ। ਇਸ ਕਾਗਜ਼ ਤੇ ਉਕਰੀਆਂ ਇਹ 2 ਲਾਈਨਾਂ ਦੇ ਨਾਲ ਕਮਲਜੀਤ ਬਰਾੜ ਸਾਬਕਾ ਕਾਂਗਰਸੀ ਹੋ ਗਏ। ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਕਾਂਗਰਸ ਦੇ ਸਾਬਕਾ ਵਿਧਾਇਕ ਦਰਸ਼ਨ ਬਰਾੜ ਦੇ ਪੁੱਤਰ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ। ਹਾਲਾਂਕਿ ਐਕਸ਼ਨ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਕੀਤਾ ਗਿਆ, ਪਰ ਇਸ ਕਾਰਵਾਈ ਦੇ ਬਾਅਦ ਬਰਾੜ ਰਾਜਾ ਵੜਿੰਗ ਤੇ ਹੀ ਭੜਕ ਉੱਠੇ ਤੇ ਪੰਜਾਬ ਕਾਂਗਰਸ ਪ੍ਰਧਾਨ ਨੂੰ ਹੰਕਾਰੀ ਤੱਕ ਕਹਿ ਦਿੱਤਾ। ਪਾਰਟੀ ਨੇ ਬਾਹਰ ਦਾ ਰਸਤਾ ਨਹੀਂ ਵਿਖਾਇਆ, ਇੱਕ ਵਿਅਕਤੀ ਨੇ ਜਿਹੜਾ ਹੰਕਾਰਿਆ ਹੋਇਆ ਵਿਅਕਤੀ ਆ, ਜਿਹਦੇ ਦਿਮਾਗ ਨੂੰ ਹੰਕਾਰ ਚੜਿਆ ਹੋਇਆ ਕਿ ਮੈਂ ਹੀ ਕਾਂਗਰਸ ਹਾਂ ਤੇ ਮੈਂ ਹੀ ਇਕੱਲਾ ਖੇਡੂ ਕਾਂਗਰਸ 'ਚ, ਹੋਰ ਕੋਈ ਰਹੂਗਾ ਨਹੀਂ। ਇਹ ਉਹਦਾ ਕੰਮ ਆ, ਉਹਦਾ ਕੀਤਾ ਹੋਇਆ ਕਾਰਾ ਹੈ। ਸਿੱਧੇ ਤੌਰ ਤੇ ਕੌਣ ਉਹ ਰਾਜਾ ਵੜਿੰਗ, ਹੋਰ ਕੌਣ? ਕਮਲਜੀਤ ਬਰਾੜ ਇੱਥੇ ਨਹੀਂ ਰੁਕੇ। ਜਿੱਥੇ ਪਾਰਟੀ 'ਚ ਆਪਣੇ ਪਰਿਵਾਰ ਵੱਲੋਂ ਕੀਤੇ ਕੰਮ ਗਣਾਏ, ਉੱਥੇ ਰਾਜਾ ਵੜਿੰਗ ਨੂੰ ਜਵਾਕ ਤੱਕ ਕਰਾਰ ਦਿੱਤਾ ਤੇ 2 ਟੁਕ ਕਿਹਾ ਕਿ ਜੋ ਵਰਕਰਾਂ ਦੀ ਕਦਰ ਨਹੀਂ ਕਰਦਾ ਉਹ ਖਤਮ ਹੋ ਜਾਵੇਗਾ। ਇਹੋ ਜਿਹੇ 20 ਆਏ ਆ 20 ਗਏ ਆ ਤਾਂ ਜਵਾਕ ਆ। ਇਹ ਤਾਂ ਕੈਪਟਨ ਅਮਰਿੰਦਰ ਸਿੰਘ ਕਿਸੇ ਵੇਲੇ ਕਹਿੰਦਾ ਹੁੰਦਾ ਸੀ ਕਿ ਮੇਰੇ ਬਿਨਾਂ ਕਾਂਗਰਸ ਦਾ ਪੱਤਾ ਨਹੀਂ ਹਿਲ ਸਕਦਾ, ਕਾਂਗਰਸ ਚੱਲ ਨਹੀਂ ਸਕਦੀ ਮੇਰੇ ਬਿਨਾਂ। ਤੇ ਇਹ ਤਾਂ ਭੋਰਾ ਕੁ ਜਵਾਕ ਆ, ਉਹ ਤਾਂ ਵੱਡੇ ਖਿਡਾਰੀ ਸੀ। ਅੱਜ ਉਹ ਨਹੀਂ ਲੱਭ ਰਹੇ ਕੈਪਟਨ ਅਮਰਿੰਦਰ ਸਿੰਘ ਵਰਗੇ, ਕਿੱਥੇ ਆ ਉਹ? ਲੱਭਦੇ ਆ ਉਹ। ਜਿਹੜਾ ਵਰਕਰਾਂ ਦੀ ਕਦਰ ਨਹੀਂ ਕਰਦਾ ਉਹ ਖਤਮ ਹੋ ਜਾਂਦਾ। ਆਖਰ ਕਮਲਜੀਤ ਬਰਾੜ ਦੀ ਕਾਂਗਰਸ ਦੇ ਵਿੱਚ ਛੁੱਟੀ ਦੀ ਵਜ੍ਹਾ ਕੀ ਬਣੀ, ਤੁਹਾਨੂੰ ਉਸ ਤੋਂ ਵੀ ਵਾਕਿਫ ਕਰਵਾ ਦਿੰਦੇ ਹਾਂ। ਇਸ ਐਕਸ਼ਨ ਦਾ ਆਧਾਰ ਬਣੀ ਬਰਾੜ ਦੇ ਵੱਲੋਂ ਪਾਰਟੀ ਵਿਰੋਧੀ ਤੇ ਇੰਦਰਾ ਗਾਂਧੀ ਦੇ ਖਿਲਾਫ ਕੀਤੀ ਬਿਆਨਬਾਜ਼ੀ। ਰਾਜਾ ਵੜਿੰਗ ਦਾ ਕੀਤਾ ਗਿਆ ਖੁੱਲ੍ਹਾ ਵਿਰੋਧ ਤੇ ਸੁਖਜਿੰਦਰ ਰੰਧਾਵਾ ਦੀ ਕੀਤੀ ਆਲੋਚਨਾ ਤੇ ਇਸ ਤੋਂ ਇਲਾਵਾ ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਦਾ ਬਰਾੜ ਦੇ ਵੱਲੋਂ ਕੀਤਾ ਸਮਰਥਨ ਵੀ ਮਹਿੰਗਾ ਪੈ ਗਿਆ। ਮੋਗਾ ਤੋਂ ਦੀਪਕ ਸਿੰਗਲਾ, ਨਿਊਜ਼ 18 ਪੰਜਾਬ। ਹੁਣ ਗੱਲ ਕਰਾਂਗੇ NIA ਯਾਨੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਵੱਡਾ ਐਕਸ਼ਨ ਲਿਆ ਹੈ। ਜ਼ਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਦੇ ਕਈ ਟਿਕਾਣਿਆਂ ਤੇ ਛਾਪੇ ਮਾਰੇ ਗਏ ਨੇ। ਕੁਝ ਦਿਨ ਪਹਿਲਾਂ ਹੀ NIA ਯਾਨੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਪੰਜਾਬ ਤੋਂ ਲਾਰੈਂਸ ਨੂੰ ਦਿੱਲੀ ਲੈ ਕੇ ਗਈ ਸੀ ਕਿ ਲਾਰੈਂਸ ਤੋਂ ਪੁੱਛਗਿੱਛ ਤੋਂ ਬਾਅਦ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ। ਇਸ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ NIA ਨੇ ਵੱਡਾ ਐਕਸ਼ਨ ਲਿਆ ਹੈ। ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਤੋਂ ਬਾਅਦ ਉਸਦੇ ਟਿਕਾਣੇ ਤੇ ਛਾਪੇ ਕੀਤੇ ਜਾ ਰਹੇ ਹਨ, ਛਾਪੇ ਮਾਰੇ ਜਾ ਰਹੇ। ਜ਼ਿਕਰਯੋਗ ਹੈ ਕਿ ਬਠਿੰਡਾ ਜੇਲ੍ਹ 'ਚ ਬੰਦ ਸੀਗਾ ਤੇ ਉੱਥੇ NIA ਦੀ ਟੀਮ ਪਹੁੰਚੀ ਸੀਗੀ ਤੇ NIA ਟੀਮ ਨੇ ਉਸਦਾ ਟ੍ਰਾਂਜ਼ਿਟ ਰਿਮਾਂਡ ਲੈ ਕੇ ਦਿੱਲੀ ਲੈ ਕੇ ਗਈ ਸੀਗੀ ਤੇ NIA ਯਾਨੀ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਕਹਿਣ ਤੇ ਜੋ ਹੈ ਉਸ ਨੂੰ ਦਿੱਲੀ ਲੈ ਕੇ गई है। पूछ पड़ताल जारी है
ਅੱਤਵਾਦੀ ਤੇ ਗੈਂਗਸਟਰਾਂ ਦਾ ਕਨੈਕਸ਼ਨ ਬਾਰੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਵੱਡਾ ਐਕਸ਼ਨ ਐਨਆਈਏ ਦਾ ਅਸੀਂ ਕਹਿ ਸਕਦੇ ਹਾਂ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਾ ਵੱਡਾ ਐਕਸ਼ਨ ਪੁੱਛ ਪੜਤਾਲ ਲਈ ਲੈ ਕੇ ਗਈ ਸੀਗੀ ਦਿੱਲੀ। ਐਨਆਈਏ 10 ਦਿਨ ਦਾ ਰਿਮਾਂਡ ਮਿਲਿਆ ਸੀਗਾ, ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ੀ ਕਰਵਾਈ ਗਈ ਸੀ। ਹਾਲਾਂਕਿ ਐਨਆਈਏ ਦੇ ਵੱਲੋਂ 12 ਦਿਨ ਦਾ ਰਿਮਾਂਡ ਮੰਗਿਆ ਗਿਆ ਸੀਗਾ, ਪਰ 10 ਦਿਨ ਦਾ ਰਿਮਾਂਡ ਹੀ ਮਿਲਿਆ ਸੀਗਾ ਤੇ ਬਖਤਰਬੰਦ ਗੱਡੀਆਂ 'ਚ ਐਨਆਈਏ ਦੇ ਵੱਲੋਂ ਬਠਿੰਡਾ ਤੋਂ ਦਿੱਲੀ ਲੈ ਕੇ ਗਿਆ ਸੀਗਾ ਤੇ ਪੁੱਛ ਪੜਤਾਲ ਜਾਰੀ ਹੈ। ਐਨਆਈਏ ਦੀ ਅੱਤਵਾਦੀ ਤੇ ਗੈਂਗਸਟਰਿਜ਼ਮ ਦਾ ਕਨੈਕਸ਼ਨ ਕਿਤਨਾ ਕਿਤੇ ਪੁੱਛਿਆ ਜਾ ਰਿਹਾ ਹੈ, ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਪੁੱਛ ਪੜਤਾਲ ਤੋਂ ਬਾਅਦ ਹੁਣ ਕਹਿ ਸਕਦੇ ਹਾਂ ਕਿ ਲਾਰੈਂਸ ਬਿਸ਼ਨੋਈ ਤੇ ਕਈ ਠਿਕਾਣਿਆਂ ਤੇ ਛਾਪੇ ਮਾਰੇ ਜਾ ਰਹੇ ਹਨ ਤੇ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਤੋਂ ਬਾਅਦ ਵੱਡਾ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇੱਕ ਵੱਡਾ ਏ ਕੈਟਾਗਰੀ ਦਾ ਗੈਂਗਸਟਰ ਹੈ ਲਾਰੈਂਸ ਬਿਸ਼ਨੋਈ। ਜੇਲ੍ਹਾਂ 'ਚ ਬੈਠ ਕੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਸਿੱਧੂ ਮੂਸੇਵਾਲਾ ਕਤਲकांड ਦਾ ਵੀ ਉਸਨੇ ਹੀ ਜੇਲ੍ਹ 'ਚ ਬੈਠ ਕੇ ਹੀ ਵੱਡਾ ਪਲੈਨਿੰਗ ਪਲਾਟਿੰਗ ਕੀਤੀ ਸੀਗੀ, ਇੱਕ ਹਾਈ ਲੈਵਲ ਕਿਲਿੰਗ ਕੀਤੀ ਸੀਗੀ, ਟਾਰਗੇਟ ਕਿਲਿੰਗ ਕੀਤੀ ਸੀਗੀ ਗੋਲਡੀ ਬਰਾੜ ਦੇ ਨਾਲ ਮਿਲ ਕੇ। ਤੇ ਅਸੀਂ ਕਹਿ ਸਕਦੇ ਹਾਂ ਕਿ ਜੂਨ ਦੇ ਮਹੀਨੇ 'ਚ ਮਾਨਸਾ ਪੁਲਿਸ ਟ੍ਰਾਂਜ਼ਿਟ ਰਿਮਾਂਡ ਤੇ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲੈ ਕੇ ਆਈ ਸੀਗੀ, ਪੁੱਛ ਪੜਤਾਲ ਕੀਤੀ ਗਈ ਸੀਗੀ। ਵੱਖ-ਵੱਖ ਜ਼ਿਲ੍ਹਿਆਂ 'ਚ ਜਿੰਨੇ ਵੀ ਗੈਂਗਸਟਰ ਬਣ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਰਿਮਾਂਡ ਤੇ ਪੁਲਿਸ ਲੈ ਕੇ ਆਈ ਸੀਗੀ, ਪੁੱਛ ਪੜਤਾਲ ਕੀਤੀ ਸੀਗੀ ਆਮਨੋ ਸਾਹਮਣੇ ਬਿਠਾ ਕੇ ਕਿ ਕਿਵੇਂ ਐਡੀ ਵੱਡੀ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ ਤੇ ਸ਼ੂਟਰ ਕਿਵੇਂ ਮੁਹੱਈਆ ਕਰਵਾਏ ਗਏ, ਉਹਨਾਂ ਨੂੰ ਹਥਿਆਰ ਕਿੱਥੋਂ ਪ੍ਰੋਵਾਈਡ ਕਰਵਾਏ ਗਏ, ਰਹਿਣ ਦਾ ਠਿਕਾਣਾ ਰੇਕੀ ਕਿੱਦਾਂ ਕਰਵਾਈ ਗਈ, ਪੂਰੀ ਪੁੱਛਗਿੱਛ ਕੀਤੀ ਗਈ ਸੀਗੀ ਤੇ ਐਨਆਈਏ ਬਠਿੰਡਾ ਪਹੁੰਚੀ ਸੀਗੀ ਪਿਛਲੇ ਦਿਨੀ ਹੀ, ਉਸ ਦਾ ਰਿਮਾਂਡ ਲਿਆ, 10 ਦਿਨ ਦਾ ਰਿਮਾਂਡ ਮਿਲਿਆ ਤੇ ਉਸ ਨੂੰ ਲੈ ਕੇ ਦਿੱਲੀ ਗਈ ਹੈ ਤੇ ਦਿੱਲੀ ਹੁਣ ਅੱਤਵਾਦੀ ਤੇ ਗੈਂਗਸਟਰਿਜ਼ਮ ਦਾ ਕਨੈਕਸ਼ਨ ਉਸ ਤੋਂ ਪੁੱਛਿਆ ਜਾ ਰਿਹਾ ਹੈ। ਪਿਛਲੇ ਦਿਨੀ ਐਨਆਈਏ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ, ਉਹਨਾਂ ਨੇ ਕਿਹਾ ਸੀਗਾ ਕਿਤੇ ਨਾ ਕਿਤੇ ਨਾਰਥ ਦੇ ਜਿੰਨੇ ਵੀ ਵੱਡੇ ਗੈਂਗਸਟਰਸ ਨੇ ਉਹਨਾਂ ਨੂੰ ਸਾਊਥ ਸ਼ਿਫਟ ਕਰਨ ਦੀ तैयारी की जा रही है। और जानकारी साढ़े सहयोगी शंकर आनंद मौजूद है। शंकर, आपसे जानना चाहेंगे कि लॉरेंस बिश्नोई के ठिकानों पे अब छापेमारी की जा रही है पूछ पड़ताल के बाद, और क्या कुछ जानकारी आपके पास? देखिए, केंद्रीय जांच एजेंसी एनआईए के द्वारा पिछले कुछ दिनों पहले ही गैंगस्टर लॉरेंस बिश्नोई को बठिंडा जेल से दिल्ली लाया गया था और दिल्ली लाने के बाद एनआईए मुख्यालय में रख करके उससे विस्तार से पूछताछ की गई थी और उसी के आधार पर आज कई लोकेशन पर सर्च ऑपरेशन को अंजाम दिया जा रहा है। जिस तरह से लॉरेंस बिश्नोई का जो कनेक्शन कई गैंगस्टर के साथ में है, कहा जाता है कि तकरीबन 500 से ज्यादा शूटर्स इसके कई राज्यों में फैले हुए हैं और इसके साथ ही सिद्धू मूसेवाला हत्याकांड मामले में जिस तरह से उसका नाम सामने आया था, इसकी भूमिका सामने आई थी और इसके साथ ही जिस तरह से ये भी सामने आया था कि पंजाब के कई बड़े जो सिंगर और जो संगीतकार हैं, म्यूजिशियन हैं, उसको जिस तरह से कई गैंगस्टर के द्वारा पैसे दिए जाते थे और ये कहा जा सकता है कि गैंगस्टर का पैसा म्यूजिक इंडस्ट्री में किस तरह से इन्वेस्ट हो रहा है, ये भी मामला सामने आया था। लिहाजा इसी मामले की गंभीरता को देखते हुए उस मामले पे भी आगे इन्वेस्टिगेशन को स्टार्ट किया गया था। इसके साथ ही लॉरेंस बिश्नोई के खिलाफ यूएपीए एक्ट के तहत मामला दर्ज किया गया था और उस मामले में आगे इन्वेस्टिगेशन का दायरा बढ़ाते हुए ही आज कई लोकेशन पर सर्च ऑपरेशन को अंजाम दिया जा रहा है। हालांकि अभी लोकेशन की जानकारी औपचारिक तौर पे नहीं दी जा रही है क्योंकि अभी लोकेशन पे अभी टीम पहुंच ही रही है, इसलिए अभी थोड़ा सा इंतजार करना पड़ेगा। और जो हमारे सूत्र बताते हैं कि तमाम लोकेशन पर एनआईए के अधिकारी पहुंच जाएंगे, उसके बाद सर्च ऑपरेशन कंटिन्यू जब स्टार्ट हो जाएगा उसके बाद इस मामले की जानकारी दी जा सकती है। लेकिन हमारे सूत्र भी बता रहे हैं कि लॉरेंस बिश्नोई से संबंधित लोकेशन पर आज सर्च ऑपरेशन को अंजाम दिया जा रहा है और कहा जा सकता है कि तकरीबन 1 घंटे के बाद इस मामले में एनआईए के द्वारा औपचारिक तौर पर जानकारी दी जाएगी कि कहां सर्च ऑपरेशन को अंजाम दिया जा रहा है और किस वजह से इस मामले पर आगे कार्रवाई की जा रही है। जी बहुत बहुत शुक्रिया शंकर, हमें तमाम जानकारी देने ਲਈ ਤੇ ਤਾਂ ਦੱਸ ਕਿ ਐਨਆਈਏ ਦਾ ਵੱਡਾ ਐਕਸ਼ਨ ਐਨਆਈਏ ਦੇ ਵੱਲੋਂ ਲਾਰੈਂਸ ਬਿਸ਼ਨੋਈ ਦੇ ਕਈ ਟਿਕਾਣੇ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਛਾਪੇਮਾਰੀ ਕੀਤੀ ਜਾਏਗੀ। ਇਨਫੈਕਟ ਕੁਝ ਦਿਨ ਪਹਿਲਾਂ ਹੀ ਐਨਆਈਏ ਪੰਜਾਬ ਤੋਂ ਲਾਰੈਂਸ ਨੂੰ ਦਿੱਲੀ ਲੈ ਕੇ ਗਈ ਸੀ, ਯੂਆਪਾ ਦਾ ਕੇਸ ਦਰਜ ਕੀਤਾ ਗਿਆ ਸੀ ਉਸ ਤੇ ਗੈਂਗਸਟਰਿਜ਼ਮ ਤੇ ਅੱਤਵਾਦ ਦੇ ਵਿਚਾਲੇ ਕਨੈਕਸ਼ਨ ਕੀ ਹੈ ਜਾਂ ਕੋਈ ਕਨੈਕਸ਼ਨ ਹੈ ਵਿਚਾਲੇ ਤੇ ਉਸ ਦੀ ਜਾਂਚ ਪੜਤਾਲ ਐਨਆਈਏ ਯਾਨੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਕੀਤੀ ਜਾ ਰਹੀ ਹੈ। ਪਿਛਲੇ ਦਿਨੀ ਹੀ ਇੱਕ ਵੱਡਾ ਐਨਆਈਏ ਨੇ ਜੋ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਵੱਲੋਂ ਆਇਆ ਸੀਗਾ ਕਿ ਨਾਰਥ ਦੀ ਜੇਲ੍ਹਾਂ 'ਚ ਜਿੰਨੇ ਵੀ ਵੱਡੇ ਗੈਂਗਸਟਰਸ ਨੇ ਉਹਨਾਂ ਨੂੰ ਸਾਊਥ ਦੀ ਜੇਲ੍ਹਾਂ ਸ਼ਿਫਟ ਕਰਨ ਦੀ ਵੀ ਗੱਲ ਸਾਹਮਣੇ ਆਈ ਸੀਗੀ ਤੇ ਲਾਰੈਂਸ ਨੂੰ ਪੁੱਛਗਿੱਛ ਤੋਂ ਬਾਅਦ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਲਾਰੈਂਸ ਬਿਸ਼ਨੋਈ ਦੇ ਕਈ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਜਾਏਗੀ। ਕੁਝ ਦਿਨ ਪਹਿਲਾਂ ਹੀ ਐਨਆਈਏ ਦੀ ਟੀਮ ਪੰਜਾਬ ਤੋਂ ਲਾਰੈਂਸ ਨੂੰ ਦਿੱਲੀ ਲੈ ਕੇ ਗਈ ਸੀ।